ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਿਆ। ਮੈਂ ਹਾਂ ਅਨੁਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਪੰਨੂ ਸਾਹਿਬ ਦੇ ਸਵਾਗਤ ਦੇ ਨਾਲ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ ਅੱਜ ਦੀਵਾਲੀ ਹੈ ਤੇ ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਸੀਂ ਕੀ ਕਹਿਣਾ ਚਾਹੋਗੇ? ਲਓ ਜੀ, ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਤਿਉਹਾਰ ਹੁੰਦੇ ਜੀ। ਕਈ ਤਿਉਹਾਰ ਸਰਬ ਸਾਂਝੇ ਆ। ਨਵਾਂ ਸਾਲ ਤੇ ਸਾਰੀ ਦੁਨੀਆ ਦਾ ਸਾਂਝਾ ਹੁੰਦਾ। ਆਜ਼ਾਦੀ ਦਿਨ ਸਾਰੇ ਭਾਰਤੀਆਂ ਦਾ ਸਾਂਝਾ। ਕੁਝ ਲੋਕ ਜਿਨ੍ਹਾਂ ਨੂੰ ਗਰਜ ਨੇ ਕਹਿ ਦਿੰਦੇ ਕਿ ਅਸੀਂ ਭਾਰਤ ਦੀ ਆਜ਼ਾਦੀ ਨੂੰ ਆਜ਼ਾਦੀ ਨਹੀਂ ਮੰਨਦੇ, ਉਹ ਥੋੜ੍ਹੇ ਵੱਖਰੇ ਵੀ ਰਹਿ ਜਾਂਦੇ। ਜੇ 2-4 ਲੱਖ ਰਹਿ ਜਾਂਦੇ ਹੋਣਗੇ ਤੇ 140 ਕਰੋੜ 'ਚ ਬਹੁਤਾ ਫਰਕ ਨਹੀਂ ਪੈਂਦਾ। ਪਰ ਬਾਕੀ ਸਾਰਿਆਂ ਦਾ ਉਹ ਵੀ ਸਾਂਝਾ। ਰਿਪਬਲਿਕ ਡੇ ਵੀ ਸਾਂਝਾ। ਕੁਝ ਤਿਉਹਾਰ ਹੈ ਜਿਹੜੇ ਸਾਰੇ ਭਾਰਤੀਆਂ ਦੇ ਨਹੀਂ, ਪਰ ਭਾਰਤੀਆਂ ਦੇ ਵਿੱਚੋਂ ਵੱਡੇ ਹਿੱਸੇ ਦੇ ਸਾਂਝੇ। ਮਿਸਾਲ ਦੇ ਤੌਰ 'ਤੇ ਜਿਹੜੀ ਦੀਵਾਲੀ ਹੈ, ਇਹ ਹਿੰਦੂਆਂ ਦਾ ਵੀ ਤਿਉਹਾਰ ਹੈ, ਸਿੱਖਾਂ ਦਾ ਵੀ ਹੈ ਜੀ। ਵਿਸਾਖੀ ਵੀ ਹਿੰਦੂਆਂ ਤੇ ਸਿੱਖਾਂ ਦਾ ਦੋਵਾਂ ਦਾ ਤਿਉਹਾਰ ਹੈ। ਮਾਘੀ ਹਿੰਦੂਆਂ ਤੇ ਸਿੱਖਾਂ ਦੋਵਾਂ ਦਾ ਤਿਉਹਾਰ ਹੈ। ਇਹਨਾਂ ਤਿਉਹਾਰਾਂ ਦੇ ਵਿੱਚੋਂ ਕੋਈ ਤਿਉਹਾਰ ਸਾਡੀਆਂ ਫਸਲਾਂ ਨਾਲ ਜੁੜੇ ਆ, ਕੋਈ ਕਿਸੇ ਹੋਰ ਰਵਾਇਤ ਨਾਲ। ਦੀਵਾਲੀ ਉਹ ਤਿਉਹਾਰ ਹੈ ਜਿਹੜਾ ਲੋਕਾਂ ਨੂੰ ਗਮਾਂ ਤੋਂ ਬਾਅਦ ਗਮ ਭੁਲਾਉਣ ਦਾ ਤੇ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਦਿੰਦਾ, ਸਮਝਾਉਣੀ ਦਿੰਦਾ। ਹਿੰਦੂ ਧਰਮ ਦੇ ਪਰੰਪਰਾ ਦੇ ਮੁਤਾਬਕ ਭਗਵਾਨ ਰਾਮਚੰਦਰ ਲੰਮੀ ਲੜਾਈ ਲੜ ਕੇ ਰਾਜਾ ਰਾਵਣ ਨੂੰ ਸ਼੍ਰੀਲੰਕਾ 'ਚ ਹਰਾ ਕੇ ਸੀਤਾ ਮਾਤਾ ਨੂੰ ਜਿੱਤ ਕੇ ਵਾਪਸ ਪਹੁੰਚੇ ਅਯੁੱਧਿਆ। ਤੇ ਅਯੁੱਧਿਆ ਦੇ ਲੋਕਾਂ ਨੇ 14 ਸਾਲਾਂ ਬਾਅਦ ਉਹਨਾਂ ਨੂੰ ਵੇਖਿਆ, ਦਰਸ਼ਨ ਕੀਤੇ ਤੇ ਉਹਨਾਂ ਨੇ ਖੁਸ਼ੀ 'ਚ ਦੀਪਮਾਲਾ ਕਰ ਦਿੱਤੀ ਜੀ। ਦੀਵਾਲੀ ਹੋ ਗਈ। ਸਾਡੇ ਪੰਜਾਬ ਦੇ ਵਿੱਚ ਸਿੱਖ ਧਰਮ 'ਚ ਇਹ ਕਿਹਾ ਜਾਂਦਾ, ਕੁਝ ਲੋਕ ਇਹ 'ਤੇ ਇਤਰਾਜ਼ ਵੀ ਕਰਦੇ ਆ, ਪਤਾ ਨਹੀਂ ਕਿਉਂ ਕਰਦੇ, ਉਹਨਾਂ ਨੂੰ ਪਤਾ ਹੋ। ਪਰ ਆਮ ਧਾਰਨਾ ਹੈ ਕਿ 6ਵੇਂ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਸਨ। ਜਦੋਂ ਰਾਜੇ ਨੂੰ, ਉਸ ਵਕਤ ਦੇ ਬਾਦਸ਼ਾਹ ਨੂੰ ਪਤਾ ਲੱਗਾ ਕਿ ਕੈਦ ਰੱਖਣਾ ਪਾਪ ਕਰ ਰਿਹਾ ਮੈਂ, ਉਹਨੇ ਆਖਿਆ ਤੁਹਾਨੂੰ ਛੱਡ ਦਿੰਦਾ। ਤੇ ਗੁਰੂ ਸਾਹਿਬ ਨੇ ਆਖਿਆ ਮੈਂ ਇਕੱਲੇ ਤੇ ਰਹਿਣ ਜਾਣਾ ਨਹੀਂ। ਇੱਥੇ 52 ਕੈਦੀ ਕੈਦ ਨੇ। ਇਹਨਾਂ ਦਾ ਕਸੂਰ ਇੱਕੋ ਹੀ ਹੈ ਕਿ ਛੋਟੇ ਰਾਜੇ ਸੀ ਤੇ ਤੂੰ ਵੱਡਾ ਰਾਜਾ, ਤੂੰ ਇਹਨਾਂ ਸਾਰਿਆਂ ਨੂੰ ਤਾੜਿਆ। ਜੇ ਮੈਨੂੰ ਛੱਡਣਾ ਤੇ ਇਹਨਾਂ ਸਾਰਿਆਂ ਨੂੰ ਵੀ ਛੱਡ। ਤੇ ਬਾਦਸ਼ਾਹ ਨੇ ਕਹਿ ਦਿੱਤਾ ਕਿ ਇਹਨਾਂ 'ਚੋਂ ਜਿੰਨੇ ਜਾਣੇ ਤੁਹਾਡਾ ਚੋਲੇ ਦੀ ਕੰਨੀ ਫੜ ਕੇ ਨਿਕਲ ਜਾਣ, ਉਹਨੇ ਛੱਡੇ। ਉਹਦਾ ਖਿਆਲ ਸੀ 5 ਨਹੀਂ 7 ਨਿਕਲ ਜਾਣਗੇ, 10 ਨਿਕਲ ਜਾਣਗੇ। ਗੁਰੂ ਸਾਹਿਬ ਨੇ ਸਪੈਸ਼ਲ ਚੋਲਾ ਬਣਵਾਇਆ ਜਿਹਦੇ ਆਸੇ ਪਾਸੇ ਨਿੱਕੀਆਂ ਨਿੱਕੀਆਂ ਕਲੀਆਂ ਲਵਾਈਆਂ। ਕਲੀਆਂ ਦਾ ਮਤਲਬ ਕਲੀਆਂ ਫੁੱਲ ਕਲੀਆਂ ਨਹੀਂ, ਕੱਪੜੇ ਦੀਆਂ ਤਣੀਆਂ ਲਵਾਤੀਆਂ। ਔਰ ਤੁਰਨ ਲੱਗਿਆ ਹਰ ਰਾਜੇ ਨੂੰ ਇੱਕ ਇੱਕ ਤਣੀ ਫੜਾਤੀ ਤੇ ਆਖਿਆ ਮੈਂ ਚੱਲਿਆ ਤੇ ਆ ਜਾਓ, ਨਿਕਲੋ ਬਾਹਰ। ਉਹ ਸਾਰੇ ਜਣੇ ਇੱਕ ਇੱਕ ਤਣੀ ਫੜ ਕੇ ਤੇ ਬਾਹਰ ਨਿਕਲੇ। ਉਹਦਾ ਕਰਕੇ ਉਦੋਂ ਤੋਂ ਗੁਰੂ ਸਾਹਿਬ ਨੂੰ ਬੰਦੀ ਛੋੜ ਆਖਿਆ ਜਾਂਦਾ ਕਿ ਇੰਨੇ ਬੰਦੀਆਂ ਨੂੰ ਛੁਡਾ ਕੇ ਲਿਆਏ। ਹੁਣ ਤੇ ਬੰਦੀ ਲਫ਼ਜ਼ ਹੀ ਅੱਜ ਕੱਲ੍ਹ ਗਾਇਬ ਹੋ ਗਿਆ, ਬੰਦੀ ਦੇ ਬਜਾਏ ਬੰਦਕ ਬਣ ਗਿਆ, ਫਲਾਣੇ ਨੂੰ ਬੰਦਕ ਬਣਾ ਲਿਆ। ਉਹ ਹਿੰਦੀ 'ਚ ਉੱਥੇ ਤੁਰਿਆ ਹੁੰਦਾ। ਸਾਡੇ ਕੋਲ ਲਫ਼ਜ਼ ਬੰਦੀ ਹੁੰਦਾ ਸੀ ਜੀ, ਕਿਲੇ ਬੰਦੀ, ਜੇਲ੍ਹ ਬੰਦੀ, ਉਹ ਹੁੰਦਾ ਸੀ। ਅੱਛਾ, ਉਹ ਬੰਦੀ ਛੋੜ ਗੁਰੂ ਸਾਹਿਬ ਜਦੋਂ ਫਿਰ ਵਾਪਸ ਆਏ ਤੇ ਉਹਨਾਂ ਦੇ ਆਇਆ ਤਾਂ ਸਿੱਖਾਂ ਨੇ ਦੀਪਮਾਲਾ ਕੀਤੀ। ਜਾਂ ਤਾਂ ਲੰਕਾ ਵੇਖ ਲਓ, ਦੁੱਖ ਦਾ ਸਮਾਂ ਕੱਟਿਆ, ਵਾਪਸ ਆਏ ਦੀਪਮਾਲਾ ਕੀਤੀ। ਜਾਂ ਅੰਮ੍ਰਿਤਸਰ ਵੱਲ ਵੇਖ ਲਓ ਕਿ ਗਵਾਲੀਅਰ ਦੇ ਵਿੱਚੋਂ ਦੁੱਖ ਦਾ ਸਮਾਂ ਕੱਟਿਆ, ਗੁਰੂ ਸਾਹਿਬ ਆਏ ਤੇ ਸਿੱਖਾਂ ਨੇ ਦੀਪਮਾਲਾ ਕੀਤੀ। ਜਿੱਦਾਂ ਵੀ ਹੋਵੇ, ਇਹ ਤਿਉਹਾਰ ਸਾਨੂੰ ਇਹ ਦੱਸਦਾ ਕਿ ਪਿਛਲੇ ਸਮੇਂ 'ਚੋਂ ਸਾਡੇ ਘਰਾਂ ਦੇ ਵਿੱਚ, ਕਈਆਂ ਦੇ ਘਰਾਂ 'ਚ ਕੁਝ ਮਾੜਾ ਚੰਗਾ ਵਾਪਰਿਆ ਹੋ ਸਕਦਾ। ਉਹਨੂੰ ਸਾਰਿਆਂ ਨੂੰ ਭੁਲਾ ਕੇ ਅਸੀਂ ਜ਼ਿੰਦਗੀ 'ਚ ਹੁਣ ਅਗਲਾ ਪੈਰ ਪੁੱਟਣਾ। ਆ ਪਿਛਲਾ ਸਾਲ ਕਿਸਾਨੀ ਲਹਿਰ ਦਾ ਇਹੋ ਜਿਹਾ, ਜਿਹਦੇ 'ਚ ਕੋਈ ਕਹਿੰਦਾ 500 ਕਿਸਾਨ ਜਾਨਾਂ ਵਾਰ ਗਏ, ਸ਼ਹੀਦ ਹੋ ਗਏ, ਕੋਈ ਕਹਿੰਦਾ 600, ਕੋਈ 700 ਤੱਕ ਜਾਂਦਾ। ਫਿਰ ਅੱਗੋਂ ਵੰਡੀਆਂ ਪੈਣ ਲੱਗ ਪੈਂਦੀਆਂ, ਇੰਨੇ ਪੰਜਾਬ ਦੇ, ਇੰਨੇ ਹਰਿਆਣੇ ਦੇ, ਇੰਨੇ ਫਲਾਣੇ। ਨਾ ਮੈਂ ਗਿਣਤੀ 'ਚ ਜਾਣਾ, ਨਾ ਪੰਜਾਬ ਹਰਿਆਣਾ ਯੂਪੀ 'ਚ ਜਾਣਾ। ਮੈਂ ਕਹਿੰਦਾ ਇੰਨੇ ਲੋਕਾਂ ਦੀ ਜਾਨ ਤਾਂ ਗਈ ਜੀ। ਇਹ ਜਿੰਨੇ ਲੋਕਾਂ ਨੇ ਇਸ 1 ਸਾਲ ਦੇ ਵਿੱਚ ਜਾਨ ਦਿੱਤੀ ਹੈ ਇੱਕ ਸੰਘਰਸ਼ ਦੇ ਦੌਰਾਨ, ਉਹਨਾਂ ਨੇ ਭਾਰਤੀ ਲੋਕਤੰਤਰ ਦੇ ਸਿਰ ਚੜ੍ਹ ਕੇ ਦਿੱਤੀ ਹੈ। ਤੇ ਇਕੱਲੇ ਉਹ ਨਹੀਂ, ਜਿਨ੍ਹਾਂ ਨੇ ਸਾਰੀ ਮਿਹਨਤ ਕੀਤੀ, ਫਸਲ ਤਿਆਰ ਕੀਤੀ, ਫਸਲ ਬਰਬਾਦ ਹੋ ਗਈ, ਅੱਖਾਂ ਸਾਹਮਣੇ ਬਰਬਾਦ ਹੋਈ ਫਸਲ ਵੇਖੀ,
ਕੋਈ ਰੁੱਖ ਨਾਲ ਲਟਕ ਗਿਆ, ਕਿਸੇ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਕਿਸੇ ਨੇ ਬਿਜਲੀ ਦੀ ਤਾਰ ਨੂੰ ਹੱਥ ਲਾ ਲਿਆ, ਕਿਸੇ ਨੇ ਨਹਿਰ 'ਚ ਛਾਲ ਮਾਰ ਦਿੱਤੀ, ਕੋਈ ਗੱਡੀ ਥੱਲੇ ਆ ਗਿਆ। ਉਹ ਜਿੰਨੇ ਲੋਕ ਸਾਰੇ ਦੇ ਸਾਰੇ ਭਾਰਤੀ ਲੋਕਤੰਤਰ ਦੇ ਸਿਰ ਚੜ੍ਹ ਕੇ ਮਰ ਗਏ, ਜਨਮ ਦੇ ਕੇ, ਉਹਨਾਂ ਸਾਰਿਆਂ ਦੇ ਪਰਿਵਾਰ ਇਸ ਵੇਲੇ ਦੁਖੀ ਹੋਣਗੇ ਜੀ। ਮੈਂ ਇਸ ਦੀਵਾਲੀ ਦੇ ਮੌਕੇ ਤੇ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਬਹੁਤ ਦੁੱਖ ਝੱਲਿਆ, ਪਰ ਤੁਰਗਿਆਂ ਨਾਲ ਤੁਰਤਾ ਜਾਈਦਾ ਨਹੀਂ ਜੀ। ਇਸ ਕਰਕੇ ਆਓ ਇਸ ਦੀਵਾਲੀ ਦੇ ਮੌਕੇ ਦੇ ਉੱਤੇ ਅਗਲਾ ਕਦਮ ਪੁੱਟਣ ਦਾ ਯਤਨ ਕਰੀਏ, ਭਵਿੱਖ ਦੀ ਸੁੱਖ ਸ਼ਾਂਤੀ ਦਾ ਦੀਵਾ ਜਗਾਈਏ। ਜੋ ਪਿੱਛੇ ਹੋ ਗਿਆ ਉਹਦੇ ਉੱਤੇ ਕਾਂਟਾ ਨਹੀਂ ਵੱਜ ਸਕਦਾ। ਅਗਲੇ ਕਦਮ ਇਹੋ ਜਿਹੇ ਪੁੱਟਣ ਦਾ ਯਤਨ ਕਰੀਏ ਕਿ ਕੋਈ ਰਾਹ ਸੌਖਾ ਹੋ ਸਕੇ। ਮੇਰੇ ਵੱਲੋਂ ਭਾਰਤ ਵਿੱਚ ਵਸਦਿਆਂ, ਭਾਰਤ ਤੋਂ ਬਾਹਰ ਵਸਦਿਆਂ ਸਾਰੇ ਭਾਰਤੀਆਂ, ਪੰਜਾਬੀਆਂ, ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਹੋਰ ਧਰਮਾਂ ਵਾਲਿਆਂ ਸਾਰਿਆਂ ਨੂੰ ਮੈਂ ਟੀਵੀ ਪ੍ਰਾਈਮ ਏਸ਼ੀਆ ਵੱਲੋਂ ਵਧਾਈ ਦਿੰਦਾ ਤੇ ਸ਼ੁਭ ਕਾਮਨਾਵਾਂ ਕਰਨਾ ਕਿ ਦੀਵਾਲੀ ਤੇ ਬੰਦੀ ਛੋੜ ਦਾ ਮੌਕਾ, ਇਹ ਗੁਰਪੁਰਬ ਤੁਹਾਨੂੰ ਭਵਿੱਖ ਵਿੱਚ ਆਪਣੇ ਦੁੱਖਾਂ ਨੂੰ ਭੁਲਾ ਕੇ ਨਵੇਂ ਕਦਮ ਪੁੱਟਣ ਵਾਸਤੇ ਬਲ ਬਖਸ਼ੇ। ਜੀ ਪੰਨੂ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ। ਗੁਰਮੀਤ ਰਾਮ ਰਹੀਮ ਪੰਜਾਬ ਲਿਆਉਣਾ ਸੀਗਾ, ਬਾਅਦ ਦੇ ਵਿੱਚ ਅਦਾਲਤ ਗਿਆ ਤੇ ਸਟੇ ਲੱਗ ਗਿਆ ਸ਼ਾਇਦ। ਉਸ ਤੋਂ ਬਾਅਦ ਹੁਣ ਜਾਂਚ ਟੀਮ ਨੇ ਕਾਰਵਾਈ ਕੀਤੀ ਹੈ, ਉਹ ਤੋਂ ਜਾਂਚ ਵੀ ਕਰਨੀ ਹੈ ਤੇ ਤਿਆਰੀਆਂ ਪੂਰੀਆਂ ਕੱਸ ਲਈਆਂ। ਕਿਵੇਂ ਦੇਖਦੇ ਆ ਇਹਨਾਂ ਕੱਸੀਆਂ ਹੋਈਆਂ ਤਿਆਰੀਆਂ ਨੂੰ? ਦੇਖੋ, 3 ਘਟਨਾਵਾਂ ਹੋਈਆਂ ਸਨ। ਪਹਿਲੀ ਇਹ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ। ਫਿਰ ਸੀ ਕਿ ਉਹਨੂੰ ਚੋਰੀ ਕਰਕੇ, ਪਾੜ ਕੇ, ਅੱਡ-ਅੱਡ ਥਾਵਾਂ ਤੇ ਖਿਲਾਰ ਕੇ ਬੇਅਦਬੀ ਕੀਤੀ। ਇਹਨਾਂ ਦੋਹਾਂ ਦੇ ਵਿਚਾਲੇ ਤੀਸਰੀ ਘਟਨਾ ਸੀ ਬੁਰਜ ਜਵਾਹਰ ਸਿੰਘ ਵਾਲਾ 'ਚ ਹੱਥ ਲਿਖਤ ਪੋਸਟਰ ਲਾਏ ਗਏ ਜੀ ਕਿ ਤੁਸੀਂ ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ ਹੈ, ਸਿਰਸੇ ਵੇਲੇ ਦੀ ਅਸੀਂ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਾਂਗੇ। ਇੱਕ ਚੌਥੀ ਘਟਨਾ ਕਿ ਰੋਸ ਕਰਦੀ ਸੰਗਤ ਤੇ ਗੋਲੀ ਚੱਲੀ, ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ, ਉਹ ਇਹਦੇ ਨਾਲ ਜੁੜੀ ਹੋਣ ਦੇ ਬਾਵਜੂਦ ਵੱਖਰੀ ਆ। ਉਹਦੇ 'ਚ ਪੁਲਿਸ ਵਾਲੇ ਤੇ ਉਸ ਵਕਤ ਦੀ ਸਰਕਾਰ ਵਾਲੇ ਦੋਸ਼ੀ ਨਿਕਲਦੇ ਆ, ਉਹਦੇ 'ਚ ਸੱਚੇ ਸੌਦੇ ਵਾਲਿਆਂ ਦਾ ਕੋਈ ਰੋਲ ਨਹੀਂ ਬਣਦਾ, ਉਹ ਪਾਸੇ ਰਹਿ ਗਏ। ਪਰ ਪਹਿਲੀਆਂ 3 ਘਟਨਾਵਾਂ ਇਹ ਸੱਚੇ ਸੌਦੇ ਵਾਲਿਆਂ ਨੇ ਕੀਤੀਆਂ। ਇਹਨਾਂ ਦੇ ਬੰਦੇ ਫੜੇ ਗਏ, ਉਹਨਾਂ ਦੱਸਦਾ ਕਿ ਸਾਨੂੰ ਸਿਰਸੇ ਸੱਦ ਕੇ ਆਖਿਆ ਗਿਆ ਸੀ ਕਿ ਆਹ ਕਰਨਾ, ਆਹ ਕਰਨਾ, ਆਹ ਕਰਨਾ, ਤੇ ਅਸੀਂ ਉਹਦੇ ਮੁਤਾਬਕ ਕੀਤਾ। ਉਹ ਜਿਹੜੇ ਉਹਨਾਂ ਬਿਆਨ ਦਿੱਤੇ ਸੀ, ਉਹ ਬਿਆਨ ਦੱਸਦੇ ਆ ਕਿ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉਹ ਸਾਰੇ ਇਸ਼ਾਰੇ ਆਪ ਕਰਦਾ ਸੀ ਕਿ ਆਹ ਕਰੋ। ਹੁਣ 4 ਕੇਸਾਂ 'ਚ ਇਸ ਵੇਲੇ ਹਰਿਆਣੇ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ। 2 ਕੇਸ ਆ, 2 ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਦੇ, ਉਹਨਾਂ 'ਚ 10-10 ਸਾਲ ਕੈਦ ਆ, 10 ਤੇ 10 20 ਬਣਦੀ ਹੈ। ਤੀਜਾ ਕੇਸ ਪੱਤਰਕਾਰ ਛਤਰਪਤੀ ਦੇ ਕਤਲ ਦਾ, ਜਿਹਨੇ ਸੱਚ ਛਾਪਿਆ ਤੇ ਤੋਂ ਬਰਦਾਸ਼ਤੀਆਂ ਨੇ ਕਤਲ ਕਰਵਾਤਾ। ਤੇ ਚੌਥਾ ਸੀਗਾ ਆਪਣੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦਾ ਕਤਲ ਇਹਨੇ ਕਰਵਾਇਆ ਸੀ। ਇਹਨੂੰ ਸ਼ੱਕ ਸੀ ਕਿ ਡੇਰੇ ਦੇ ਅੰਦਰ ਦੀਆਂ ਕਹਾਣੀਆਂ ਜਿਹੜੀਆਂ ਬਾਹਰ ਆਈਆਂ ਜਾਂ ਰਣਜੀਤ ਸਿੰਘ ਨੇ ਕੱਢੀਆਂ ਜਾਂ ਉਹਦੀ ਭੈਣ ਨੇ ਕੱਢੀਆਂ, ਤੇ ਉਹਦਾ ਬਦਲਾ ਲੈਣ ਲਈ ਇਹਨੇ ਰਣਜੀਤ ਸਿੰਘ ਨੂੰ ਮਰਵਾ ਦਿੱਤਾ ਸੀ। ਉਮਰ ਕੈਦ ਪੱਤਰਕਾਰ ਛਤਰਪਤੀ ਵਾਲੇ ਕੇਸ ਵਿੱਚ ਵੀ ਹੈ ਤੇ ਉਮਰ ਕੈਦ ਰਣਜੀਤ ਸਿੰਘ ਵਾਲੇ ਕੇਸ ਵਿੱਚ ਵੀ ਹੈ। ਅਜੇ ਹੋਰ 2-3 ਕੇਸ ਵੀ ਆ ਸਕਦੇ। ਹੁਣ ਜਿਹੜਾ ਵੱਖਰਾ 3 ਕੇਸ ਚੱਲਦੇ ਪਏ ਨੇ ਬਰਗਾੜੀ ਵਾਲੇ, ਬੁਰਜ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਬਰਗਾੜੀ ਤੱਕ ਦੀਆਂ 3 ਘਟਨਾਵਾਂ ਦੇ, ਉਹਨਾਂ 'ਚ ਉਹਦਾ ਨਾਂ ਉਹਦਾ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ SIT ਜਿਹੜੀ ਉਹ ਕਹਿੰਦੀ ਅਸੀਂ ਪੁੱਛਗਿੱਛ ਕਰਨੀ ਹੈ, ਹੁਣ ਤੱਕ ਹੋਈ ਨਹੀਂ। ਪਿਛਲੇ ਹਫ਼ਤੇ ਉਹਨਾਂ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਕਿ ਉਹਨੂੰ ਇੱਥੇ ਲਿਆ ਕੇ ਪੁੱਛਗਿੱਛ ਕਰਨੀ ਪੈਣੀ, ਉਹਦੀ ਫਿਜ਼ੀਕਲ ਇਨਵੈਸਟੀਗੇਸ਼ਨ ਜ਼ਰੂਰੀ ਹੈ। ਅਦਾਲਤ ਨੇ ਅਰਜ਼ੀ ਤੇ ਆਰਡਰ ਦੇ ਦਿੱਤਾ ਕਿ ਉਹਨੂੰ 29 ਤਰੀਕ ਨੂੰ ਲਿਆ ਕੇ ਪੇਸ਼ ਕੀਤਾ ਜਾਵੇ, 29 ਅਕਤੂਬਰ ਨੂੰ। ਉਹਦੇ ਤੋਂ 1 ਦਿਨ ਪਹਿਲਾਂ ਹਾਈ ਕੋਰਟ ਪਹੁੰਚ ਗਿਆ ਸੀ। ਹਾਈ ਕੋਰਟ ਨੇ ਉਹ ਆਰਡਰ ਰੱਦ ਕਰ ਦਿੱਤਾ ਤੇ ਆਖਿਆ ਕਿ ਇਹਨੂੰ ਇੱਥੇ ਲਿਆਉਣ ਦੇ ਬਜਾਏ ਪੰਜਾਬ ਪੁਲਿਸ ਦੀ SIT ਉੱਥੇ ਚਲੀ ਜਾਵੇ, ਹਰਿਆਣੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ, ਤੇ ਜੋ ਪੁੱਛਣਾ ਉੱਥੇ ਪੁੱਛ ਕੇ ਕਰ ਆਵੇ ਜੀ। ਹਾਈ ਕੋਰਟ ਦਾ ਆਰਡਰ ਹੈ ਵੀ ਮੰਨਣਾ ਤੇ ਪੈਣਾ। SIT ਨੇ 2-3 ਦਿਨ ਦੇ ਅੰਦਰ ਅੰਦਰ ਹੀ ਸਾਰੀ ਮਿਹਨਤ ਕਰਕੇ ਇੱਕ ਸਵਾਲਨਾਮਾ ਤਿਆਰ ਕਰ ਲਿਆ ਕਿ ਜਦੋਂ ਉੱਥੇ ਜਾਣਾ ਉਹਦੇ ਤੋਂ ਸਾਥ ਤੋਂ ਪੁੱਛਣਾ ਕੀ ਆ। ਉਹ ਸਾਰੀਆਂ ਗੱਲਾਂ ਲਿਸਟ ਇਹਨਾਂ ਨੇ ਤਿਆਰ ਕਰ ਲਈ ਆ। ਅੱਜ ਸਵੇਰੇ ਪਤਾ ਲੱਗਾ ਕਿ 8 ਨਵੰਬਰ ਦਾ ਦਿਨ ਮਿਥਿਆ ਗਿਆ। SIT ਜਾਊਗੀ, ਜਾ ਕੇ ਪੁੱਛ ਪੜਤਾਲ ਕਰਕੇ ਆਵੇਗੀ। SIT ਦੇ ਵਿੱਚ ਜਿਹੜੇ ਅਫਸਰ ਨੇ ਉਹ ਅਜੇ ਤੱਕ ਉਹਨਾਂ ਖਿਲਾਫ ਕੋਈ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਉਹ ਠੀਕ ਕੰਮ ਨਹੀਂ ਕਰ ਰਹੇ। ਪਿਛਲੇ ਸਮੇਂ 'ਚ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੰਮ ਕੀਤਾ ਸੀ, ਉਹਨੂੰ ਕਰਨ ਨਹੀਂ ਦਿੱਤਾ ਗਿਆ, ਭਰ ਕੇ ਅਸਤੀਫਾ ਦੇ ਕੇ ਬਾਹਰ ਚਲਾ ਗਿਆ, ਮੈਂ ਨੌਕਰੀ ਨਹੀਂ ਕਰਦਾ। ਇਹਨਾਂ ਨੂੰ ਵੀ ਜੇ ਇਸ ਤਰ੍ਹਾਂ ਖਿਜਾਉਣ ਦਾ ਯਤਨ ਕੀਤਾ ਗਿਆ ਤੇ ਉਹ ਪੰਜਾਬ ਦੇ, ਦੇਸ਼ ਦੇ ਤੇ ਇਸ ਕੇਸ ਦੇ ਵਿੱਚ
ਇਨਸਾਫ ਕਰਨ ਦੇ ਪੱਖ ਤੋਂ ਮਾੜਾ ਹੋਵੇਗਾ, ਇਹਨਾਂ ਨੂੰ ਪੜਤਾਲ ਪੂਰੀ ਕਰਨ ਦੇਣੀ ਚਾਹੀਦੀ ਹੈ। ਡਰ ਇਸ ਗੱਲ ਦਾ ਕਿ ਹਰਿਆਣੇ ਦੀ ਮਨੋਹਰ ਲਾਲ ਖੱਟਰ ਸਰਕਾਰ ਪੂਰੀ ਤਰ੍ਹਾਂ ਬਾਬੇ ਦੇ ਪੱਖ ਵਿੱਚ ਤੁੱਲੀ ਹੋਈ ਹੈ। ਜਦੋਂ ਬਾਬੇ ਨੂੰ ਅਦਾਲਤ ਨੇ ਸਜ਼ਾ ਦਿੱਤੀ ਸੀ, ਉਸ ਦਿਨ 42 ਬੰਦੇ ਮਰ ਗਏ ਤੇ ਮਨੋਹਰ ਲਾਲ ਖੱਟਰ ਕਹਿੰਦਾ ਸੀ ਇਹਦੇ ਚੇਲਿਆਂ ਦਾ ਕੋਈ ਕਸੂਰ ਨਹੀਂ, ਇਹ ਤਾਂ ਐਂਟੀ ਸੋਸ਼ਲ ਐਲੀਮੈਂਟ ਨੇ ਕੀਤਾ। ਉਦੋਂ ਬਾਅਦ ਵੀ ਬਾਬੇ ਨੂੰ ਜਿਵੇਂ ਮੁੜ-ਮੁੜ ਪਰੋਲ ਦਿੱਤੀ ਜਾਂਦੀ ਰਹੀ, ਪਰੋਲ ਸਰਸੇ ਦੀ ਹੁੰਦੀ ਸੀ, ਬਾਬਾ ਦਿੱਲੀ ਚਲਾ ਜਾਂਦਾ ਸੀ ਜੀ। ਜਿਵੇਂ ਉੱਥੋਂ ਮੁੜਦਿਆਂ ਇੱਕ ਬੰਦ ਗੱਡੀ ਦੇ ਵਿੱਚ 2 ਕੁੜੀਆਂ ਦੇ ਨਾਲ ਪਤਾ ਨਹੀਂ ਕੀ ਕੁਝ ਕਰਦਾ ਆਇਆ, ਉਹ ਵੀ ਗੱਲਾਂ ਬਾਹਰ ਆ ਗਈਆਂ। ਇਹਦਾ ਕਰਕੇ ਡਰ ਹੈ ਕਿ SIT ਉੱਥੇ ਪੜਤਾਲ ਕਰਨ ਵਾਸਤੇ ਜਾਵੇ ਤੇ ਹਰਿਆਣੇ ਦੀ ਪੁਲਿਸ ਆਪਣੇ ਜੇਲ੍ਹ ਦੇ ਵਿਭਾਗ ਨੂੰ ਜਾਂ ਦੂਸਰੇ ਪੁਲਿਸ ਵਾਲਿਆਂ ਨੂੰ ਕਹਿ ਕੇ ਅੜਿੱਕਾ ਪਾਵੇ। ਅੰਦਰ ਮਿੱਥੇ ਟਾਈਮ ਤੇ ਉਹ ਲੈ ਕੇ ਬੈਠੇ ਹੁਣ, ਇਹਨਾਂ ਨੂੰ ਪੁੱਛਗਿੱਛ ਤੇ ਮੈਟਲ ਡਿਟੈਕਟਰ ਨਾਲ ਚੈੱਕਅਪ 4-4 ਵਾਰੀ ਕਰਨ ਦੇ ਨਾਂ ਦੇ ਉੱਤੇ ਰੋਕਿਆ ਜਾਵੇ, ਲੇਟ ਕਰਕੇ ਮੁੜ ਕੇ ਕਹੋ ਜੀ ਟਾਈਮ ਨਿਕਲ ਗਿਆ। ਕਈ ਤਰੀਕੇ ਹੋ ਸਕਦੇ ਜੀ। ਰਾਹ 'ਚ ਜਾਣਬੁੱਝ ਕੇ ਇੱਕ ਟਰੱਕ ਡਰਾਈਵਰ ਨੂੰ ਇੱਕ ਸਿਪਾਹੀ ਤੋਂ 4 ਚਪੇੜਾਂ ਮਰਵਾ ਕੇ ਟਰੱਕ ਡਰਾਈਵਰ ਵੀ ਆਪਣਾ ਹੋਵੇ, ਇਹ ਕੰਮ ਕਰਕੇ ਤੇ ਮੁੜ ਕੇ ਟ੍ਰੈਫਿਕ ਜਾਮ ਕਰਵਾ ਦਿਓ ਤੇ ਉਸ ਭੀੜ ਦੇ ਵਿੱਚ ਫਰੀਦਕੋਟ ਤੋਂ ਗਈ SIT ਫਸ ਜਾਵੇ। ਇਹ ਵੀ ਕੰਮ ਕਿਉਂ ਨਹੀਂ ਕਰਵਾਇਆ ਜਾ ਸਕਦਾ? ਇਹ ਹਰਿਆਣਾ ਜਿੱਥੇ ਸਭ ਕੁਝ ਹੁੰਦਾ। ਜਦੋਂ ਇੱਕ ਵਾਰੀ ਜਾਟ ਐਜੀਟੇਸ਼ਨ ਦੇ ਵਿੱਚ ਮੂਰਥਲ ਦੇ ਢਾਬਿਆਂ ਤੇ ਪੰਜਾਬੀਆਂ ਨਾਲ ਬਹੁਤ ਕੁਝ ਹੋਇਆ ਸੀ, ਉਹਦਾ ਇਨਸਾਫ ਕਿਹੜਾ ਅਜੇ ਤੱਕ ਮਿਲ ਗਿਆ? ਬਿਲਕੁਲ। ਬਲਾਤਕਾਰ ਤੱਕ ਹੋਏ ਸਨ ਔਰ ਹਾਈ ਕੋਰਟ 'ਚ ਕੇਸ ਗਿਆ ਸੀ, ਅਜੇ ਤੱਕ ਕੋਈ ਗੱਲ ਨਹੀਂ। ਇਸ ਕਰਕੇ ਮੈਨੂੰ ਇਹਨਾਂ ਤੋਂ ਬਹੁਤੀ ਆਸ ਨਹੀਂ ਗੀ ਕਿ ਹਰਿਆਣੇ ਦੀ ਪੁਲਿਸ ਤੇ ਉੱਥੋਂ ਦੀ ਸਰਕਾਰ ਕੋਆਪਰੇਟ ਕਰੇਗੀ। ਸ਼ੱਕ ਹੈ ਲੋਕਾਂ ਨੂੰ ਕਿ ਖਰਾਬ ਕਰ ਸਕਦੇ ਆ। ਪੰਜਾਬ ਤੋਂ ਜਾਣ ਵਾਲੀ SIT ਨੂੰ ਚਾਹੀਦਾ ਕਿ ਇੱਕ ਦਿਨ ਪਹਿਲਾਂ ਉੱਥੇ ਜਾ ਕੇ ਟਿਕ ਜਾਓ ਤਾਂ ਕਿ ਇਹਦੇ 'ਚ ਖਰਾਬੀ ਨਾ ਕਰ ਸਕੇ। ਪਰ ਸਾਹਿਬ ਇਹ ਕੇਸ ਤਾਂ ਹੋ ਗਿਆ ਕਿ ਪੈਗਾਸਸ ਸੌਫਟਵੇਅਰ ਸੀਗਾ, ਉਹਦੇ ਬਾਰੇ ਕਿੰਨੀ ਕੁ ਆਸ ਹੈ ਤੁਹਾਨੂੰ? ਉੱਤੇ ਵੀ ਆਪਾਂ ਜ਼ਿਕਰ ਕਰਨਾ ਹੈ ਕਿਉਂਕਿ ਅਮਰੀਕਾ ਨੇ ਜਿਹੜੀ ਕੰਪਨੀ ਨੇ ਸੌਫਟਵੇਅਰ ਬਣਾਇਆ ਸੀ ਉਹਨੂੰ ਬਲੈਕ ਲਿਸਟ ਕਰ ਦਿੱਤਾ ਹੈ ਤੇ ਭਾਰਤ ਸਰਕਾਰ ਦੀ ਨਾ ਹੀ ਬਹੁਤੀ ਕੋਈ ਪ੍ਰਤੀਕਿਰਿਆ ਆਈ ਹੈ ਤੇ ਅਜੇ ਤੱਕ ਮਾਮਲਾ ਅਦਾਲਤ ਵਿੱਚ ਹੈ। ਪੈਗਾਸਸ ਸਾਫਟਵੇਅਰ ਇਜ਼ਰਾਈਲ ਦੀ ਕੰਪਨੀ NSO ਨੇ ਬਣਾਇਆ। ਇਜ਼ਰਾਈਲ ਦੇ ਤੇ ਅਮਰੀਕਾ ਦੇ ਸੰਬੰਧ ਬੜੇ ਚੰਗੇ ਆ ਜੀ। ਜੇ ਅਮਰੀਕਾ ਆਪਣੇ ਨੇੜਲੇ ਸੰਬੰਧਾਂ ਵਾਲੀ ਮਿੱਤਰ ਦੇਸ਼ ਦੀ ਸਰਕਾਰ ਨੂੰ ਨਾਰਾਜ਼ ਕਰਕੇ NSO ਨੂੰ ਬਲੈਕ ਲਿਸਟ ਕਰਦਾ, NSO ਨੂੰ ਬਲੈਕ ਲਿਸਟ ਕਰਕੇ ਉੱਤੇ ਪਾਬੰਦੀਆਂ ਲਾਉਂਦਾ, ਇਹਦੇ ਮਤਲਬ ਕੋਈ ਗੱਲ ਵੱਡੀ ਹੈ ਤਾਂ ਹੀ ਹੋ ਰਿਹਾ। ਹੁਣ ਵੱਡੀ ਗੱਲ ਕੀ ਹੈ? ਅੱਜ ਤੱਕ ਬਹੁਤ ਸਾਰੇ ਸਾਫਟਵੇਅਰ ਬਣੇ ਆ ਪਰ ਉਹ ਸਿਰਫ ਸਾਫਟਵੇਅਰ ਹੁੰਦੇ ਸੀ। ਇਹ ਇਹੋ ਜਿਹਾ ਸਾਫਟਵੇਅਰ ਆ ਜਿਹਨੂੰ ਇਜ਼ਰਾਈਲ ਦੀ ਸਰਕਾਰ ਨੇ ਸਾਫਟਵੇਅਰ ਨੇ ਜੰਗ ਦਾ ਹਥਿਆਰ ਮੰਨਿਆ ਜੀ ਔਰ ਇਹ ਉੱਤੇ ਪਾਬੰਦੀਆਂ ਲਾਈਆਂ ਕਿ ਜਿਵੇਂ ਤੋਪਾਂ ਤੇ ਟੈਂਕ ਵੇਚਣੇ ਹੋਣ, ਜਹਾਜ਼ ਵੇਚਣੇ ਹੋਣ ਤੇ ਸਰਕਾਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਇਹ ਵੀ ਜਿਹਨੂੰ ਬਚਣਾ ਹੋਇਆ ਸਾਡੀ ਮਨਜ਼ੂਰੀ ਲਈ ਉੱਦਾਂ ਨਾ ਵਿੱਚ। ਦੂਜੀ ਗੱਲ, ਜਿਵੇਂ ਤੋਪਾਂ ਟੈਂਕ ਜਹਾਜ਼ ਤੇ ਮਿਜ਼ਾਈਲਾਂ ਸਿਰਫ ਸਰਕਾਰਾਂ ਨੂੰ ਵੇਚੇ ਜਾਂਦੇ, ਅੱਤਵਾਦੀ ਜਥੇਬੰਦੀਆਂ ਨੂੰ ਨਹੀਂ ਦਿੱਤੇ ਜਾ ਸਕਦੇ ਜੀ। ਇਸੇ ਤਰ੍ਹਾਂ ਇਹਦੇ ਉੱਤੇ ਪਾਬੰਦੀ ਸੀ ਕਿ ਤੁਸੀਂ ਕਿਸੇ ਵੀ ਪ੍ਰਾਈਵੇਟ ਜਥੇਬੰਦੀ ਨੂੰ ਨਹੀਂ ਦੇ ਸਕਦੇ, ਸਰਕਾਰਾਂ ਨੂੰ ਦੇ ਸਕਦੇ। ਉਹ ਪੈਗਾਸਸ ਸਾਫਟਵੇਅਰ ਸਾਡੇ ਭਾਰਤ ਵਿੱਚ ਆਇਆ ਗਿਆ, ਚਲਾਇਆ ਗਿਆ ਤੇ ਉਹਦਾ ਨਿਸ਼ਾਨਾ ਵਿਰੋਧੀ ਧਿਰ ਦੇ ਆਗੂਆਂ ਨੂੰ, ਪੱਤਰਕਾਰਾਂ ਨੂੰ, ਕਈਆਂ ਲੋਕਾਂ ਨੂੰ ਬਣਾਇਆ ਗਿਆ। ਦੋਸ਼ ਇਹ ਵੀ ਲੱਗਦਾ ਕਿ ਵੱਡੀਆਂ ਅਦਾਲਤਾਂ ਦੇ ਵੱਡੇ ਵੱਡੇ ਜੱਜ ਜਿਹੜੇ ਆ ਉਹਨਾਂ ਵਿੱਚੋਂ ਵੀ ਕੋਈ ਨਿਸ਼ਾਨੇ ਉੱਤੇ ਸੀ। ਇਹ ਦੋਸ਼ ਤਾਂ ਲੱਗਦੇ ਹੀ ਆ। ਜਦੋਂ ਮਾਮਲਾ ਸੁਪਰੀਮ ਕੋਰਟ 'ਚ ਗਿਆ, ਸਰਕਾਰ ਨੇ ਆਖਿਆ ਅਸੀਂ ਕੁਝ ਗਲਤ ਨਹੀਂ ਕੀਤਾ। ਦੂਜਿਆਂ ਨੇ ਵੀ ਤੇ ਅਦਾਲਤ ਨੇ ਵੀ ਪੁੱਛਿਆ ਵੀ ਗਲਤ ਨਹੀਂ ਕੀਤਾ, ਜੋ ਕੀਤਾ ਉਹ ਦੱਸ ਦਿਓ। ਕਹਿੰਦੇ ਦੱਸਣ ਦੀ ਲੋੜ ਨਹੀਂ, ਅਸੀਂ ਗਲਤ ਨਹੀਂ ਕੀਤਾ। ਉਹ ਕਹਿੰਦੇ ਗਲਤ ਕੀਤਾ ਕਿ ਠੀਕ ਕੀਤਾ, ਉਹ ਤਾਂ ਅਗਲੀ ਗੱਲ ਪਹਿਲਾਂ ਇਹ ਦੱਸ ਦਿਓ ਕੀ ਕੀਤਾ। ਕਹਿੰਦੇ ਜਦੋਂ ਆਖਿਰ ਗਲਤ ਨਹੀਂ ਕੀਤਾ ਤੇ ਦੂਜੀ ਗੱਲ ਇਹ ਕਿ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਮਾਮਲਾ ਨੈਸ਼ਨਲ ਸਿਕਿਉਰਿਟੀ ਦਾ। ਜੇ ਨੈਸ਼ਨਲ ਸਿਕਿਉਰਿਟੀ ਦਾ ਕੁਝ ਗਲਤ ਨਹੀਂ ਕੀਤਾ ਤੇ ਇਹ ਤਾਂ ਦੱਸ ਦਿਓ ਕਿ ਕੀਤਾ ਕੀ ਜੇ। ਉਹ ਨਹੀਂ ਉਹ ਦੱਸਦੇ, ਉਹਨਾਂ ਦੱਸਿਆ ਨਹੀਂ। ਅਦਾਲਤ ਨੇ ਆਖਿਆ ਚੰਗਾ ਫਿਰ ਤੁਸੀਂ ਐਫੀਡੇਵਿਟ ਦਿਓ ਕਿ ਤੁਸੀਂ ਗਲਤ ਨਹੀਂ ਕੀਤਾ। ਕਹਿੰਦੇ ਦੇ ਦਿਆਂਗੇ। 15 ਦਿਨ 20 ਦਿਨ ਮਹੀਨਾ ਲਗਾਤਾ, ਫਿਰ ਤੋਂ ਪੁੱਛਿਆ ਹਾਂਜੀ ਦੇ ਦਿਆਂਗੇ, ਫਿਰ ਇੰਨੇ ਦਿਨ ਲਗਾਤੇ। ਤੀਜੀ ਵਾਰੀ ਜਾ ਕੇ ਸਰਕਾਰ ਦੇ ਵਕੀਲ ਨੇ ਅਦਾਲਤ ਵਿੱਚ ਕਹਿਤਾ ਜੀ ਸਾਡਾ ਇਹ ਫੈਸਲਾ, ਅਸੀਂ ਤੁਹਾਨੂੰ ਕੋਈ ਐਫੀਡੇਵਿਟ ਨਹੀਂ ਦੇਣਾ। ਕਿਸੇ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਜਦੋਂ ਜਾ ਕੇ ਇਹ ਕਹਿੰਦੀ ਹੈ ਅਸੀਂ ਤੁਹਾਡਾ ਹੁਕਮ ਨਹੀਂ ਮੰਨਣਾ, ਅਸੀਂ ਤੁਹਾਡੇ ਆਖੇ ਤੇ ਐਫੀਡੇਵਿਟ ਨਹੀਂ ਦੇਣਾ, ਇਹਦਾ ਮਤਲਬ ਸਰਕਾਰ ਜਾਂ ਤਾਂ ਬੇਸ਼ਰਮ ਹੋ ਗਈ ਹੈ ਜਾਂ ਸਾਰੇ ਦੇਸ਼ ਦੇ ਅਦਾਲਤੀ ਸਿਸਟਮ ਨੂੰ ਟਿੱਚ ਜਾਣਦੀ ਹੈ। ਔਰ ਉਹ ਨਰਿੰਦਰ ਮੋਦੀ ਸਰਕਾਰ ਨੇ ਕਰ ਦਿੱਤਾ, ਟਿੱਚ ਜਾਣਾ। ਇਹਨਾਂ ਆਖਿਆ ਅਸੀਂ ਐਫੀਡੇਵਿਟ ਨਹੀਂ ਦੇਣਾ। ਅਦਾਲਤ ਕੁਛ ਨਹੀਂ ਕਰ ਸਕੀ। ਅਦਾਲਤ ਨੇ ਆਖਿਆ ਚੰਗਾ ਤੁਸੀਂ ਐਫੀਡੇਵਿਟ ਨਹੀਂ ਦੇਣਾ, ਅਸੀਂ ਟੈਕਨੀਕਲ ਐਕਸਪਰਟ ਜਿਹੜੇ ਉਹਨਾਂ ਦੀ ਇੱਕ ਆਪਣੀ ਕਮੇਟੀ ਬਣਾਉਂਦੇ। ਕਮੇਟੀ ਤੇ ਨਾ ਬਣਾਤੀ, ਪਰ ਜਦੋਂ ਪੜਤਾਲ ਕਰਨੀ ਹੈ ਕਿੱਥੋਂ ਕਰਨੀ, ਕਿਹਦੇ ਤੋਂ ਕੀ ਪੁੱਛਣਾ। ਜੇ ਭਾਰਤ ਸਰਕਾਰ ਕੋਆਪਰੇਟ ਨਾ ਕਰੂਗੀ ਤੁਹਾਡੀ ਕਮੇਟੀ ਪੜਤਾਲ ਕਿੱਦਾਂ ਕਰ ਲੇਗੀ। ਭਾਰਤ ਸਰਕਾਰ ਨੇ ਅਜੇ ਤੱਕ ਇਸ ਮਾਮਲੇ 'ਚ ਸੱਚਾਈ ਨਹੀਂ ਦੱਸੀ ਤੇ ਅਮਰੀਕਾ ਦੀ ਸਰਕਾਰ ਨੇ ਉਹਨਾਂ ਤੇ ਪਾਬੰਦੀ ਵੀ ਲਾਤੀ ਹੈ ਜੀ। ਭਾਰਤ ਦੀ ਸਰਕਾਰ ਦਾ ਚੁੱਪ ਰਹਿਣਾ ਦੱਸਦਾ ਕਿ ਜਾਂ ਤਾਂ ਦਾਲ ਵਿੱਚ ਕੁਝ ਕਾਲਾ ਜਾਂ ਸਾਰੀ ਦਾਲ ਹੀ ਇੰਨੀ ਕਾਲੀ ਹੋਈ ਪਈ ਹੈ
ਕਿ ਸਰਕਾਰ ਇੱਕ ਚੁੱਪ ਤੇ 100 ਸੁੱਖ ਸਮਝਦੀ ਹੈ। ਪਰ ਸਭ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਤੇ ਵੀ ਦੋਸ਼ ਲੱਗਦੇ ਆ ਕਿ ਇੱਕ ਸਪੈਸ਼ਲ ਭਰਤੀ ਹੋਈ ਸੀ, ਉਹਦੇ ਵਿੱਚ ਗੈਰ ਪੰਜਾਬੀਆਂ ਨੂੰ ਭਰਤੀ ਕੀਤਾ ਗਿਆ। ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਹੈ, ਕਹਿੰਦੇ ਅਸੀਂ ਜਾਂਚ ਕਰਵਾਵਾਂਗੇ। 2013 ਤੋਂ ਗੱਲ ਚੱਲਦੀ ਪਈ ਹੈ, ਹੁਣ ਤੱਕ ਪਹੁੰਚਿਆ ਕਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੀ। ਦੇਖੋ, ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਪਤਾ ਨਹੀਂ ਕਿਹਦੇ ਦਿਮਾਗ ਦੀ ਉਪਜ ਸੀ ਕਿ ਸੈਂਟਰ ਦੀਆਂ ਏਜੰਸੀਆਂ ਦੇ ਪੈਰਾਮਿਲਟਰੀ ਫੋਰਸ ਦੇ ਕਮਾਂਡੋ ਨਹੀਂ ਰੱਖੇ, ਆਪਾਂ ਆਪਣੇ ਕਮਾਂਡੋ ਭਰਤੀ ਕਰਨੇ। ਇੱਕ ਸਪੈਸ਼ਲ ਆਪਰੇਸ਼ਨ ਯੂਨਿਟ ਬਣਾਤਾ, SPU, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ, SPU। ਉਹਦੇ ਵਿੱਚ ਬੰਦੇ ਕਿੱਥੋਂ ਲਿਆਉਣੇ, ਕਿੱਥੋਂ ਨਹੀਂ ਲਿਆਉਣੇ, ਸਾਰਾ ਹੀ ਲੱਗਦਾ ਇਹ ਹੈ ਕਿ ਨਿਯਮਾਂ ਦੀ ਉਲੰਘਣਾ ਹੋਈ ਹੈ। ਪੰਜਾਬ ਪੁਲਿਸ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਤੱਕ ਸਿਰਫ 4 ਕਿਸਮ ਦਾ ਕੈਡਰ ਸੀ ਜੀ। ਇੱਕ ਭਰਤੀ PAP ਦੇ ਵਿੱਚ ਕੀਤੀ ਜਾਂਦੀ, ਉਹ PAP ਕੈਡਰ ਹੁੰਦਾ ਸੀ। ਇੱਕ ਭਰਤੀ ਡਿਸਟ੍ਰਿਕਟ ਪੁਲਿਸ ਵਿੱਚ ਕੀਤੀ ਜਾਂਦੀ, ਡਿਸਟ੍ਰਿਕਟ ਪੁਲਿਸ ਤੇ GRP, ਗਵਰਨਮੈਂਟ ਰੇਲਵੇ ਪੁਲਿਸ, ਇਕੱਠਾ ਕੈਡਰ ਸੀ, ਇਹ ਵੱਖਰੀ ਭਰਤੀ ਹੁੰਦੀ ਸੀ। ਇੱਕ ਭਰਤੀ ਇੰਟੈਲੀਜੈਂਸ ਡਿਪਾਰਟਮੈਂਟ ਵਾਸਤੇ ਕੀਤੀ ਜਾਂਦੀ, ਉਹ ਵੱਖਰਾ ਕੈਡਰ ਸੀ। ਚੌਥਾ ਕੈਡਰ ਬਣਾਇਆ ਗਿਆ ਸੀ ਇਨਫੋਰਮੇਸ਼ਨ ਟੈਕਨੋਲੋਜੀ ਦਾ, IT ਦਾ। ਪੰਜਵਾਂ ਕੋਈ ਕੈਡਰ ਹੀ ਨਹੀਂ ਸੀ, ਇਹਨਾਂ ਨੂੰ ਬਣਾ ਦਿੱਤਾ ਗਿਆ। ਇਹਨਾਂ ਚਾਰੇ ਜਿਹੜੇ ਰੈਕਗਨਾਈਜ਼ ਕੈਡਰ ਆ, ਇਹਨਾਂ ਚੋਂ ਕਿਹੜੇ ਵਿੱਚ ਨੇ, ਕਿਸੇ ਵਿੱਚ ਵੀ ਨਹੀਂ, ਪਤਾ ਹੀ ਨਹੀਂ ਲੱਗਦਾ ਹਵਾਈ ਕੈਡਰ ਕਿੱਥੋਂ ਆ ਗਿਆ। ਇਹ 2014 ਚ ਬਣਾਇਆ ਗਿਆ, ਸੁਖਬੀਰ ਸਿੰਘ ਬਾਦਲ ਨੇ ਬਣਵਾਇਆ, ਤੇ ਕਿੱਦਾਂ ਬਣਵਾਇਆ ਕਿਸੇ ਨੂੰ ਕੋਈ ਪਤਾ ਨਹੀਂ, ਬਣ ਗਿਆ। ਇਹਦੇ ਚ ਮੁੱਢਲੇ ਤੌਰ ਤੇ 100 ਬੰਦੇ ਭਰਤੀ ਕੀਤੇ ਗਏ। 2016 ਚ 125 ਬੰਦੇ ਹੋਰ ਭਰਤੀ ਕੀਤੇ ਗਏ, ਇਹ 225 ਹੋ ਗਏ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਉਹਨਾਂ ਨੇ 2 ਸਾਲ ਪਹਿਲਾਂ ਇਹਦੇ ਵਿੱਚ 75 ਬੰਦੇ ਹੋਰ ਭਰਤੀ ਕਰਕੇ ਤੇ 300 ਕਰਤਾ। ਉਹਦੇ ਵਿੱਚੋਂ ਬਹੁਤੇ ਜਿਹੜੇ ਆ, ਕੋਈ ਇੱਕਾ ਦੁੱਕਾ ਪੰਜਾਬੀ ਹੋਊਗਾ, ਬਾਕੀ ਸਭ ਬਾਹਰੋਂ ਲਿਆਂਦੇ ਆ, ਲਿਆ ਕੇ ਉਹਨਾਂ ਨੂੰ ਰੈਂਕ ਨਹੀਂ ਦਿੱਤੇ। ਜਿਹੜੇ ਰੈਂਕ ਦਿੱਤੇ ਗਏ ਉਹ ਪੰਜਾਬ ਪੁਲਿਸ ਵਿੱਚ ਸਿੱਧੇ ਦਿੱਤੇ ਨਹੀਂ ਜਾ ਸਕਦੇ। ਪੰਜਾਬ ਪੁਲਿਸ ਵਿੱਚ 4 ਕਿਸਮ ਦੀ ਭਰਤੀ ਹੋ ਸਕਦੀ ਹੈ। ਪਹਿਲਾਂ ਤਾਂ ਮੈਂ 4 ਕੇਡਰ ਦੱਸੇ ਆ ਜੀ, ਹੁਣ 4 ਰੈਂਕ ਸੁਣ ਲਓ। ਸਿਪਾਹੀ ਦੀ ਭਰਤੀ ਸਿੱਧੀ ਹੋ ਸਕਦੀ ਹੈ। ਅੱਗੇ ਹੁੰਦਾ ਸੀ ਕਿ ਇੰਸਪੈਕਟਰ ਦੀ ਭਰਤੀ ਸਿੱਧੀ ਹੋ ਸਕਦੀ ਹੈ, ਫਿਰ ਸੈਂਟਰ ਦੇ ਵਿੱਚੋਂ ਇਹ ਹਦਾਇਤ ਆਈ ਕਿ ਇੰਸਪੈਕਟਰ ਦੀ ਸਿੱਧੀ ਨਹੀਂ ਹੋ ਸਕਦੀ, ਸਬ ਇੰਸਪੈਕਟਰ ਦੀ ਸਿੱਧੀ ਹੋ ਸਕਦੀ ਹੈ। ਇਹ ਦੂਜਾ ਕੇਡਰ ਹੋ ਗਿਆ। ਤੀਜਾ PPS ਹੈ, ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਰਾਹੀਂ ਸਿੱਧੇ DSP ਭਰਤੀ ਹੁੰਦੇ ਆ। ਚੌਥਾ IPS, ਇੰਡੀਅਨ ਪੁਲਿਸ ਸਰਵਿਸ ਵਾਲੇ, ਜਿਹੜੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਭਰਤੀ ਕਰਦਾ। ਹੁਣ ਇਹ ਜਿਹੜੇ SPU ਚ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਵਿੱਚ ਭਰਤੀ ਕੀਤੇ ਆ, ਇਹ ਕਿਹੜੇ ਕੇਡਰ ਚ ਕੀਤੇ ਗਏ ਇਹਨੂੰ ਪਤਾ ਹੀ ਨਹੀਂ, ਕੋਈ ਤੌਰ ਤਰੀਕਾ ਹੀ ਨਹੀਂ, ਕੋਈ ਨਿਯਮ ਕਾਨੂੰਨ ਹੀ ਨਹੀਂ। ਭਰਤੀਆਂ ਵਿੱਚ ਡੋਮਿਸਾਈਲ ਹੁੰਦਾ ਵੀ ਇੰਨੇ ਸਿਰ ਤੋਂ ਕੋਈ ਬੰਦਾ ਇੱਥੇ, ਪਹਿਲਾਂ ਡੋਮਿਸਾਈਲ ਲਫ਼ਜ਼ ਵਰਤੇ ਹੁੰਦੇ ਸੀ, ਹੁਣ ਰੈਜ਼ੀਡੈਂਟਸ਼ਿਪ ਪੁੱਛਦੇ ਆ ਵੀ ਇੰਨੇ ਸਾਲਾਂ ਤੋਂ ਇੱਥੋਂ ਦਾ ਰੈਜ਼ੀਡੈਂਟ ਸੀ ਕਿ ਨਹੀਂ ਸੀ ਜੀ, ਉਹ ਵੀ ਕੋਈ ਸ਼ਰਤ ਨਹੀਂ। ਹੁਣ ਇਹਨਾਂ 'ਚ ਤਰੱਕੀਆਂ ਦੇਣਗੇ, ਤਰੱਕੀਆਂ ਦੇ ਕੇ ਅਜੇ ਤੱਕ ਇਹ ਵੱਖਰਾ ਕੇਡਰ ਹੈ ਜਿਹਦਾ ਪਤਾ ਨਹੀਂ ਹੈ ਕੇਡਰ ਕਿਹੜਾ, ਹਵਾਈ ਕੇਡਰ ਹੈ। ਉਸ ਹਵਾਈ ਕੇਡਰ ਨੂੰ ਜਦੋਂ ਤਰੱਕੀਆਂ ਦੇ ਕੇ ਇੰਸਪੈਕਟਰ ਤੇ ਲਿਆਂਦਾ, ਤੇ ਪੁਲਿਸ ਵਿੱਚ ਇੰਸਪੈਕਟਰ ਦਾ ਜਿਹੜਾ ਕੇਡਰ ਆ ਉਹ ਸਟੇਟ ਲੈਵਲ ਕੇਡਰ ਗਿਣਿਆ ਜਾਂਦਾ। ਉਹਦੇ 'ਚ PAP ਦਾ ਡਿਸਟ੍ਰਿਕਟ ਪੁਲਿਸ ਵਿੱਚ ਆ ਸਕਦਾ, ਡਿਸਟ੍ਰਿਕਟ ਪੁਲਿਸ ਦਾ ਇੰਟੈਲੀਜੈਂਸ ਜਾ ਸਕਦਾ, ਇੰਟੈਲੀਜੈਂਸ ਦਾ IT ਜਾ ਸਕਦਾ, ਇੱਥੋਂ ਅੱਗੇ DSP ਤੇ ਸਭ ਥਾਈਂ ਪ੍ਰਮੋਸ਼ਨਾਂ ਜਦੋਂ ਮਰਜ਼ੀ ਕੀਤੀਆਂ ਜਾ ਸਕਦੀਆਂ। ਅਜੇ ਤੱਕ ਉਹ ਪਾਸੇ ਅਤੇ ਰੌਲਾ ਨਹੀਂ ਪੈ ਰਿਹਾ। ਜਦੋਂ ਕੱਲ੍ਹ ਨੂੰ ਉਹਨਾਂ ਦੇ ਇੰਸਪੈਕਟਰ ਪੱਧਰ ਤੱਕ ਆਉਣਾ, ਉਦੋਂ ਫਿਰ ਉਹਨਾਂ ਨੂੰ ਜ਼ਿਲ੍ਹਿਆਂ ਵਿੱਚ ਵੀ SHO ਲਵਾਉਣ ਵਾਸਤੇ ਭੇਜਿਆ ਜਾ ਸਕਦਾ, ਕਿਉਂਕਿ ਰੋਜ਼ ਮੁੱਖ ਮੰਤਰੀ ਦੇ ਨੇੜੇ ਰਹਿੰਦੇ ਆ ਤੇ ਗੋਡੀ ਹੱਥ ਲਾਉਂਦੇ ਤੇ ਗੱਲ ਬਣ ਸਕਦੀ ਹੈ। ਸਾਰੇ ਪੰਜਾਬ ਦੇ ਵਿੱਚ ਪੁਲਿਸ 'ਚ ਰੌਲਾ ਪੈ ਜਾਣਾ ਕਿ ਇਹ ਹਵਾਈ ਕੇਡਰ ਬਾਹਰੋਂ ਲਿਆ ਕੇ ਤੇ ਸਿੱਧਾ ਹੀ ਸਾਡੇ ਉੱਤੇ ਫਟਾਫਟ ਤਰੱਕੀਆਂ ਦੇ ਕੇ ਇੰਸਪੈਕਟਰ ਬਣਾਤੇ ਆ। ਸਾਡਾ ਕੀ ਕਸੂਰ ਹੈ, ਇੰਨੇ ਚਿਰ ਦੇ ਨੌਕਰੀਆਂ ਕਰਦੇ ਹੋ, ਦੂਸਰੇ ਰੌਲਾ ਪਾਉਣਗੇ। ਜੋ ਕੁਝ ਕੀਤਾ ਗਿਆ ਕੀਤਾ ਗਲਤ ਆ, ਔਰ ਇਹਦੇ 'ਚ ਗੈਰ ਪੰਜਾਬੀ ਨੇ, ਇਹ ਗੱਲ ਪੱਕੀ ਹੈ। ਉਹ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਰੂਲਸ ਦੀ ਉਲੰਘਣਾ ਕਰਕੇ ਭਰਤੀ ਕੀਤਾ ਗਿਆ। 225 ਬੰਦੇ ਅਕਾਲੀ ਭਾਜਪਾ ਸਰਕਾਰ ਨੇ ਕੀਤੇ ਆ ਤੇ 75 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤੇ ਆ, ਉਹਨੇ ਕੀਤੇ ਆ। ਇਹ 300 ਬੰਦੇ ਆ ਜਿਨ੍ਹਾਂ ਦਾ ਇਸ ਵੇਲੇ ਰੌਲਾ ਪੈ ਰਿਹਾ। ਪਰ ਸਾਹਿਬ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਫਿਰ ਪੰਜਾਬ ਰਿਹਾ, ਕਿੰਨਾ ਕੁ ਸਹੀ ਹੈ? ਹੁਣ ਫਿਰ ਕਿਸੇ ਨਾਲ ਸਮਝੌਤਾ ਹੋ ਗਿਆ ਜਾਂ ਫਿਰ ਉਦਾਂ ਹੀ ਸਰਵੇ ਕਰਨਾ ਕੋਈ? ਵਿਚਾਰਾ ਪ੍ਰਸ਼ਾਂਤ ਕਿਸ਼ੋਰ, ਉਹਨੂੰ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਕੋਈ ਨਹੀਂ, ਸਾਰੇ ਕਹਿੰਦੇ ਪੀ ਕੇ, ਆਹ ਕਹਿੰਦਾ ਪੀ ਕੇ ਉਹ ਕਰਦਾ। ਫਿਰ ਸੋਚੀਦਾ ਇਹ ਸਾਰਾ ਕੁਝ ਪੀ ਕੇ ਹੀ ਕਰਦਾ, ਬਿਨਾਂ ਪੀਤੇ ਨਹੀਂ ਕੁਝ ਵੀ ਕਰਦਾ। ਕਹਿੰਦੇ ਪੀ ਕੇ ਫਲਾਣੇ ਦਾ ਸਮਝੌਤਾ ਕੀਤਾ, ਪੀ ਕੇ ਬੰਗਾਲ ਚਲਾ ਗਿਆ, ਪੀ ਕੇ ਗੋਆ ਪਹੁੰਚ ਗਿਆ। ਹਰ ਕੋਈ ਉਹ ਬਾਅਦ ਵਿੱਚ ਪਤਾ ਲੱਗਦਾ ਕਿ ਪੀ ਕੇ ਉਹ ਆਪ ਪੀਂਦਾ ਪੁੰਦਾ ਨਹੀਂ ਗਾ, ਉਹ ਤਾਂ ਸਿਰਫ ਉਹਦਾ ਨਾਂ ਹੀ ਪ੍ਰਸ਼ਾਂਤ ਕਿਸ਼ੋਰ ਆ। ਕਮਾਲ ਦੀ ਗੱਲ ਇਹ ਆ ਕਿ ਉਸ ਬੰਦੇ ਦੀ ਵਿਚਾਰਧਾਰਾ ਕੋਈ ਨਹੀਂ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵੇਲੇ ਉਹ ਭਾਜਪਾ ਦਾ, ਫਿਰ ਜਦੋਂ ਨਤੀਸ਼ ਕੁਮਾਰ ਨਾਲ ਰਲਿਆ ਤੇ ਭਾਜਪਾ ਦੇ ਖਿਲਾਫ ਨਤੀਸ਼ ਕੁਮਾਰ ਤੇ ਲਾਲੂ ਦਾ ਗੱਠਜੋੜ ਸੀ, ਉਹਨਾਂ ਦਾ ਬਣ ਗਿਆ ਜੀ। ਪੱਛਮੀ ਬੰਗਾਲ ਦੇ ਵਿੱਚ ਆ ਕੇ ਭਾਜਪਾ ਦੇ ਖਿਲਾਫ ਮਮਤਾ ਬੈਨਰਜੀ ਨਾਲ ਹੈ। ਪੰਜਾਬ ਵਿੱਚ ਆਇਆ ਤੇ ਅਕਾਲੀਆਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ।
ਇਹ ਸਾਰਿਆਂ ਥਾਵਾਂ ਤੇ ਜਾ ਕੇ ਆਪਣਾ ਪਾਸਾ ਬਦਲ ਲੈਂਦਾ। ਅੱਜ ਕੱਲ ਕਮਾਲ ਦੀ ਗੱਲ ਇਹ ਆ ਕਿ ਉਹ ਗੋਆ ਵਿੱਚ ਬੈਠਾ ਮਮਤਾ ਬੈਨਰਜੀ ਦੇ ਨਾਲ ਉਹਦਾ ਚੋਣ ਮੁਹਿੰਮ ਚਲਾਉਂਦਾ ਪਿਆ, ਜਿੱਥੇ ਮੁੱਖ ਲੜਾਈ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਆ ਜੀ। ਤੇ ਆਮ ਆਦਮੀ ਪਾਰਟੀ ਵੀ ਟੱਕਰ ਦੇ ਰਹੀ ਹੈ, ਮਮਤਾ ਦੀ ਪਾਰਟੀ ਵੀ। ਜਿਹੜਾ ਬੰਦਾ ਗੋਆ ਦੇ ਵਿੱਚ ਮਮਤਾ ਬੈਨਰਜੀ ਨਾਲ ਖਲੋ ਕੇ ਕਾਂਗਰਸੀਆਂ ਨੂੰ ਹਰਾਉਣ ਵਾਸਤੇ ਜ਼ੋਰ ਲਾ ਰਿਹਾ, ਉਹ ਬੰਦਾ ਪੰਜਾਬ ਦੇ ਵਿੱਚ ਕਾਂਗਰਸੀਆਂ ਨੂੰ ਜਿਤਾਉਣ ਵਾਸਤੇ ਆ ਰਿਹਾ। ਇੱਕੋ ਬੰਦਾ ਇੱਕ ਥਾਂ ਉਹਨਾਂ ਦੀ ਮਦਦ ਕਰੂ, ਇੱਕ ਥਾਂ ਉਹਨਾਂ ਦੇ ਖਿਲਾਫ ਚੱਲੂਗਾ। ਇਹ ਕੀ ਡਰਾਮੇਬਾਜ਼ੀ ਹੈ। ਉਸ ਬੰਦੇ ਤੋਂ ਸਿਵਾ ਬਾਕੀ ਸਾਰੇ ਹਿੰਦੁਸਤਾਨ 'ਚ ਟੈਲੈਂਟ ਖਤਮ ਹੋ ਗਿਆ। ਇੱਥੇ ਕਿਸੇ ਦੇ ਕੋਲ ਕੋਈ ਕਲਾ ਹੀ ਨਹੀਂ, ਕਿਸੇ ਦੇ ਕੋਲ ਗੁਣ ਹੀ ਨਹੀਂ ਰਹਿ ਗਿਆ। ਆ ਜਿੰਨੇ ਲੀਡਰ ਨੇ ਸਾਰੇ ਡਫੂਸ ਨੇ, ਐਵੇਂ ਗੱਪੇ ਮਾਰਨ ਵਾਲੇ। ਇਹਨਾਂ 'ਚੋਂ ਆਪਣੇ ਪੱਲੇ ਕਿਸੇ ਦੇ ਕੱਖ ਨਹੀਂ। ਇੱਕ ਉੱਥੋਂ ਕਿਰਾਏ ਦਾ ਬੰਦਾ ਲਿਆਉਂਦੇ ਆ ਜਿਹੜਾ ਇਹਨਾਂ ਨੇ ਰੈਲੀਆਂ ਲੱਭੇ ਗਿਆ, ਇਹਨਾਂ ਵਾਸਤੇ ਨਾਅਰੇ ਕੱਢੇਗਾ। ਇੱਥੇ ਪੰਜਾਬ 'ਚ ਬਹੁਤ ਸਾਰੇ ਲੇਖਕ ਹੈਗੇ ਨੇ, ਬੜੇ ਗੁਣੀ ਗਿਆਨੀ ਬੰਦੇ, ਪਹਿਲਾਂ ਚੋਣ ਮੁਹਿੰਮਾਂ 'ਚ ਲੜਦੇ ਰਹੇ ਨੇ। ਇਹੋ ਜਿਹੇ ਸੱਜਣ ਵੀ ਹੈਗੇ ਆ ਜਿਹੜੇ ਇੱਕੋ ਟਾਈਮ ਤੇ ਅਕਾਲੀਆਂ ਨੂੰ ਵੀ ਤੇ ਕਾਂਗਰਸੀਆਂ ਨੂੰ ਵੀ ਇੱਕ ਦੂਸਰੇ ਤੋਂ ਅੱਖ ਬਚਾ ਕੇ ਨਾਅਰੇ ਕੱਢ ਦਿੰਦੇ ਰਹੇ, ਦੋਵਾਂ ਤੋਂ ਪੈਸੇ ਲੈਂਦੇ ਰਹੇ ਤੇ ਦੋਵਾਂ ਨੂੰ ਚੋਣਾਂ 'ਚ ਪਤਾ ਨਹੀਂ ਲੱਗਣ ਦਿੱਤਾ ਕਿ ਮੈਂ ਉਹਦਾ ਵੀ ਕਰਦਾ ਤੇ ਉਹਦਾ ਵੀ ਕਰਦਾ। ਇੱਕ ਨੂੰ ਨਾਅਰਾ ਦੇਣਾ, ਦੂਜੇ ਤੋਂ ਉਹਦਾ ਜਵਾਬ ਦੇਣਾ, ਉਹਦਾ ਜਵਾਬ ਜਿਹੜਾ ਉਹਦਾ ਜਵਾਬ ਦੂਸਰੇ ਪਾਸੋਂ ਕੱਢ ਦੇਣਾ। ਇੱਕੋ ਬੰਦਾ ਦੋਵੇਂ ਪਾਸੇ ਵੀ ਚੱਲਦਾ ਰਿਹਾ। ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ 30 ਸਾਲ ਪਹਿਲਾਂ ਬੈਠਾ ਹੁੰਦਾ ਸੀ, ਉਹ ਇਹ ਵੀ ਕੰਮ ਕਰਦਾ ਰਿਹਾ, ਇਹ ਵੀ ਹੁੰਦਾ ਰਿਹਾ, ਅਸੀਂ ਵੇਖਿਆ ਸੀ। ਪਰ ਜੇ ਇੰਨੇ ਕੁਛ ਇੱਥੇ ਹੈਗੇ ਨੇ, ਉਹਨਾਂ ਸਭ ਛੱਡ ਕੇ ਪੀ ਕੇ ਉਹਨੇ ਤੇ ਉਹ ਤਾਂ ਪੀ ਕੇ ਹੈ ਨਹੀਂਗਾ। ਪਰ ਜਿਹੜੇ ਇਦਾਂ ਦੇ ਫੈਸਲੇ ਕਰਦੇ ਆ, ਉਹ ਕਾਂਗਰਸ ਵਿੱਚ ਹੋਣ ਜਾਂ ਕਿਸੇ ਹੋਰ ਪਾਰਟੀ 'ਚ, ਉਹ ਲੱਗਦਾ ਕਿ ਸਾਰੇ ਪੀ ਕੇ ਹੀ ਕਰਦੇ ਆ। ਸਭ ਠੀਕ ਹੈ, ਚਲਿਏ ਫਿਰ ਸਮਾਂ ਜਾਣਦਾ ਹੋ ਗਿਆ। ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।